ਜਿਹੜੇ ਕੁਝ ਸਾਨੂੰ ਇੰਡੀਆਨਾ ਵੀ ਮਿਲੇ ਸਨ, ਇੱਥੇ ਦਰਸ਼ਨ ਹੋਏ। ਉਹਨਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪ ਜੀਆਂ ਨੂੰ ਲੜੀਵਾਰ ਕਥਾ ਵੀ ਸਰਵਣ ਕਰਵਾਉਣੀ। ਅਗਲਾ ਪ੍ਰੋਗਰਾਮ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਭਾਈ ਸਾਹਿਬ ਜੀ ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੋ ਜੀ। ਭੁੱਲਾਂ ਦੀ ਖਿਮਾ ਕਰਨੀ, ਅਸੀਸ ਬਖਸ਼ਿਸ਼ ਕਰਨੀ, ਕਰੋ ਕਿਰਪਾ, ਬੁਲਾਓ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਬੀਬੀ ਬਲਜੀਤ ਕੌਰ ਜੀ ਖਾਲਸਾ, ਇਹਨਾਂ ਦੇ ਰਾਗੀ ਇੱਥੇ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ, ਰੱਬੀ ਬਾਣੀ ਦਾ ਕੀਰਤਨ ਸਰਵਕਾਰੀ ਧੰਨਵਾਦ ਰਾਗੀ ਇੱਥੇ ਦਾ ਆਓ। ਮਾਨਯੋਗ ਭਾਈ ਸਾਹਿਬ ਭਾਈ ਮਹਿਰ ਸਿੰਘ ਜੀ ਪਟਿਆਲੇ ਵਾਲੇ, ਇਹਨਾਂ ਪਾਸੋਂ ਅੱਜ ਜੋ ਪੋਹ ਦਾ ਮਹੀਨਾ ਆਰੰਭ ਹੋਇਆ ਹੈ, ਪਾਵਨ ਪਵਿੱਤਰ ਉਸ ਸ਼ਬਦ ਦੀ ਵਿਚਾਰ ਅਤੇ ਇਹਨਾਂ ਦਿਨਾਂ ਦੇ ਵਿੱਚ ਹੀ ਅਨੰਦਪੁਰ ਦਾ ਛੱਡਣਾ, ਪਰਿਵਾਰ ਵਿਛੋੜਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਣੇ, ਛੋਟੇ ਸਾਹਿਬਜ਼ਾਦੇ, ਇਹਨਾਂ ਦਿਨਾਂ ਦੇ ਹੀ ਸਾਰੇ ਬਰਤਾਂਤ ਹਨ। ਥੋੜ੍ਹੇ ਹੀ ਦਿਨਾਂ ਵਿੱਚ ਹੀ ਸਤਿਗੁਰੂ ਜੀ ਦਾ ਸਭ ਪਰਿਵਾਰ ਵਿਛੜ ਗਿਆ, ਔਰ ਜੋ ਕਿ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਦੇ ਵਿੱਚ ਜੈਕਾਰੇ ਗਾਉਂਦੇ ਹੋਏ ਚੜ੍ਹਦੀ ਕਲਾ 'ਚ ਰਹੇ। ਤੇ ਭਾਈ ਸਾਹਿਬ ਨੂੰ ਬੇਨਤੀ ਕਰਾਂਗੇ, ਇਤਿਹਾਸ ਵੀ ਸੰਗਤ ਨੂੰ ਨਾਲ ਦੀ ਨਾਲ ਸਰਵਣ ਕਰਵਾਉਣ। 25 ਮਿੰਟ ਲਈ 7:55 ਤੱਕ, ਉਪਰੰਤ ਆਨੰਦ ਸਾਹਿਬ ਅਰਦਾਸ, ਹੁਕਮਨਾਮੇ ਅਤੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਜੇ ਸੋ ਚੰਦਾ ਉਗਵਹਿ, ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਹੈਂ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਹੇ। ਧੰਨ ਵਾਹਿਗੁਰੂ ਸਾਹਿਬ ਜੀ। ਓਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾ। ਵਿਖਿਆ ਪੁਹੇ ਨਾ ਸਕੈ, ਮਿਲ ਸਾਧੂ ਗੁਣ ਗਾ।
ਜੈਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਹੁ। ਕਰ ਗਏ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ। ਬਾਹਰ ਜਾਉ ਲਖ ਬੇਰੀਆਂ, ਹਰ ਸਜਣ ਅਗਮ ਮਾਹੁ। ਸ਼ਰਨ ਪਈ ਨਾਰਾਇਣ, ਨਾਨਕ ਦਰ ਪਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਮਿਲ ਜੁੜ ਬੈਠੀ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਵਡਭਾਗੀ ਬਣ ਰਹੇ ਹੋ। ਵਡਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਸੋਹਣੇ ਜੀਵਨ ਨੂੰ ਸੋਹਣੇ ਰੱਬ ਦੀ ਦਰਗਾਹ ਦਰਬਾਰ ਵਿੱਚ ਲਿਆ ਕਰਕੇ ਅਤੀ ਸਤਿਕਾਰ ਅਤੇ ਮਾਣਯੋਗ ਸਾਡੀਆਂ ਭੈਣਾਂ ਬੀਬੀਆਂ ਦਾ ਜੱਥਾ, ਬੀਬੀ ਬਲਜੀਤ ਕੌਰ ਖਾਲਸਾ ਜੀ, ਜਿਨ੍ਹਾਂ ਦੇ ਪਾਸੋਂ ਹਰ ਜਸ ਸਰਵਣ ਕੀਤਾ ਆਪ ਨੇ ਬਹੁਤ ਲੰਬੇਰਾ ਸਮਾਂ। ਸਤਿਗੁਰੂ ਕਿਰਪਾ ਕਰਨ। ਐਸੇ ਬੋਲਾਂ ਨੂੰ ਇਹ ਜਥਾ ਹਮੇਸ਼ਾ ਸਾਨੂੰ ਸਰਵਣ ਕਰਾਉਂਦਾ ਰਹੇ। ਸਾਡੀ ਦਿਲੀ ਅਰਦਾਸ ਹੈ, ਰੱਬ ਦਾ ਸੁਨੇਹਾ ਦੇਣ ਵਾਲਾ ਕੋਈ ਵੀ ਹੋਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਭਇ ਆਪ ਵਿਚਾਈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਮੈਂ ਸਭ ਕੁਛ ਰੱਬ ਦੀ ਗੱਲ ਸੁਣਾਉਣ ਵਾਲੇ ਤੋਂ ਨਿਸ਼ਾਵਰ ਕਰ ਦਿੰਦਾ ਹਾਂ, ਕਰਦਾ ਰਹਾਂਗਾ। ਮੈਂ ਬਿਹਾਰ ਜਾਂਦਾ ਹਾਂ ਐਸੇ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਰੱਬ ਦੀ ਇਬਾਦਤ ਵਿੱਚ ਜੋੜ ਕੇ ਆਪ ਜਪੈ ਅਵਰਾ ਨਾਮ ਜਪਾਏ ਦੀ ਭਾਵਨਾ ਪ੍ਰਗਟ ਕੀਤੀ ਹੈ। ਅੱਜ ਆਪਾਂ ਪੋਹ ਦਾ ਮਹੀਨਾ, ਉਹਦੇ ਉੱਤੇ ਇੱਕ ਸ਼ਬਦ ਤੇ ਵਿਚਾਰ ਕਰਾਂਗੇ। ਮਨ ਬਿਰਤੀਆਂ ਨੂੰ ਕਾਗਰ ਕਰੀਏ। ਗੁਰੂ ਦਾ ਸੁਨੇਹਾ ਜੀਵਨ ਵਿੱਚ ਸਾਨੂੰ ਸਮਝ ਪੈ ਸਕੇ। ਸਾਹਿਬ ਸਾਨੂੰ ਕੀ ਦੱਸਦੇ ਨੇ, ਅਸੀਂ ਕੀ ਸਮਝਣਾ ਹੈ, ਅਸੀਂ ਇਸ ਦੁਨੀਆ ਦੇ ਵਿੱਚ ਕਿਉਂ ਆਏ ਹਾਂ। ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਇਤੀ ਨਾ ਜਾਨੋ ਕੀਤੀ ਕੋ ਮੁਦਤ ਚਲਤੇ ਖਬਰ ਨਾ ਪਾਇਓ। ਸਤਿਗੁਰੂ ਜੀ ਦਾ ਇਹਦੇ ਵਿੱਚ ਸਵਾਲ ਵੀ ਹੈ ਤੇ ਜਵਾਬ ਵੀ ਹੈ। ਪਾਤਸ਼ਾਹ ਫਰਮਾਉਂਦੇ ਹੈ ਕਿ ਹੇ ਪ੍ਰਾਣੀ, ਤੂੰ ਦੱਸ ਇਸ ਦੁਨੀਆ ਵਿੱਚ ਆਇਆ ਕੀ ਲੈਣ ਹੈ। ਸਾਹਿਬਾਂ ਦਾ ਆਪ ਹੀ ਜਵਾਬ ਹੈ ਕਿ ਤੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਤੂੰ ਹੈ ਕੌਣ ਹੈ, ਤੂੰ ਆਇਆ ਕਿੱਥੋਂ ਹੈ, ਤੂੰ ਜਾਣਾ ਕਿੱਥੇ ਹੈ, ਤੂੰ ਕਰਦਾ ਕੀ ਹੈ, ਤੈਨੂੰ ਕਰਨਾ ਕੀ ਚਾਹੀਦਾ। ਦੋ ਚਿੱਤੀ ਵਿੱਚ, ਦੋ ਚਿੱਤੀ ਕੀ ਦੋ ਧੂਨ ਗਰਾਨੀ ਮੋਹ ਬਲੇਡਾ ਟੂਟਾ। ਦੋਵੇਂ ਥੰਮੀਆਂ, ਜ਼ਿੰਦਗੀ ਜੀਵਨ ਛੱਤ ਦੀਆਂ ਟੁੱਟ ਗਈਆਂ। ਕਰਾਂ ਕਿ ਨਾ ਕਰਾਂ, ਦੋ ਚਿੱਤਾ। ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਪੋਹ ਦੇ ਮਹੀਨੇ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਡੇ ਸਨਮਾਨਯੋਗ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹੋਣਾ ਨੇ ਨਾਲ ਹੀ ਹੁਕਮ ਕਰਤਾ ਹੈ ਕੁਛ ਇਸ ਮਹੀਨੇ ਦੇ ਵਿੱਚ ਗੁਰੂ ਇਤਿਹਾਸ ਨੂੰ ਵੀ ਸਰਵਣ ਕਰਵਾਇਆ ਜਾਵੇ ਤੇ ਟਾਈਮ ਵੱਲ ਵੀ ਧਿਆਨ ਰੱਖਣਾ ਜ਼ਰੂਰੀ ਹੈ। ਇਸ ਪੋਹ ਦੇ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਗੁਰੂ ਰੂਪ ਸਾਧ ਸੰਗਤ ਦੀ ਆਪਾਂ ਜਾਣਦੇ ਹਾਂ, ਜਿੱਥੇ ਕਹਿਰ ਦੀ ਠੰਡ ਸ਼ੁਰੂ ਹੁੰਦੀ ਹੈ ਉੱਥੇ ਨਾਲ ਇੱਕ ਦੁਨਿਆਵੀ ਕਹਿਰ।
ਜਦੋਂ ਕਿ ਸਾਡਾ ਧਿਆਨ ਆਨੰਦਗੜ੍ਹ ਦੇ ਕਿਲੇ ਵਿੱਚ ਚਲਿਆ ਜਾਂਦਾ, ਭੂਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾਮ। ਸੀਤ ਕਹਿਰ ਦੀ ਠੰਡ ਸ਼ੁਰੂ ਹੁੰਦਿਆਂ ਹੀ ਧਿਆਨ ਜਿਹੜੇ ਜੁੜੇ ਨੇ, ਜਿਹੜਾ ਜੁੜਨਾ ਚਾਹੁੰਦੇ ਨੇ, ਜਿਗਿਆਸਾ ਤੇ ਸਭਨਾਂ ਦੇ ਅੰਦਰ ਹੈ। ਇਸ ਮਹੀਨੇ ਦੀ ਜੋ ਸੀਤ ਲਹਿਰ ਸ਼ੁਰੂ ਹੁੰਦੀ ਹੈ, ਇਸ ਮਹੀਨੇ ਵਿੱਚ ਹੀ ਗੁਰੂ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਬੜੇ ਸੋਹਣੇ ਪਲੰਘਾਂ ਤੇ ਵਿਰਾਜਣ ਵਾਲਾ ਮਾਤਾ ਗੁਜਰ ਕੌਰ ਦਾ ਪਰਿਵਾਰ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਰਿਵਾਰ, ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਸੱਤ ਪੋਹ ਦੀ ਕਾਲੀ ਗੋਲੀ ਰਾਤ ਨੂੰ ਬਜ਼ੁਰਗ ਮਾਂ ਨੂੰ, ਨੰਨੇ ਬੱਚਿਆਂ ਨੂੰ ਨਾਲ ਲੈ ਕੇ ਤੁਰਦੇ ਨੇ। ਕਾਰਨ ਸੀ ਕੋਈ ਕਿ ਸੰਸਾਰ ਨੂੰ ਸੱਚ ਤੇ ਝੂਠ ਦਾ ਪਤਾ ਲੱਗੇ। ਮਿਕਾਰੀ ਵਿਚਾਰੀ ਲੋਕ, ਅੰਦਰੋਂ ਮੈਲੀ ਸੋਚ ਵਾਲੇ ਲੋਕਾਂ ਦਾ ਪਰਦਾਫਾਸ਼ ਕੀਤਾ ਜਾਵੇ। ਜਿੱਥੇ ਕੁਰਬਾਨੀਆਂ ਕੀਤੀਆਂ ਪਾਤਸ਼ਾਹ ਜੀ ਨੇ ਸਰਬੰਸ ਵਾਰਿਆ, ਉੱਥੇ ਇਸੇ ਹੀ ਪੋਹ ਦੇ ਮਹੀਨੇ ਵਿੱਚ ਪਰਿਵਾਰਕ ਵਿਛੋੜਾ, ਜਿਹਦੇ ਵਿੱਚ ਸਭ ਤੋਂ ਬਜ਼ੁਰਗ ਮਾਂ, ਜ਼ਿਆਦੀ ਉਮਰ ਵਾਲੀ ਮਾਂ, ਗੁਰੂ ਮਾਂ ਗੁਜਰ ਕੌਰ ਆਪਣੇ ਨੰਨੇ ਪੋਤਿਆਂ ਨੂੰ ਲੈ ਕੇ, ਸਾਡੇ ਇਤਿਹਾਸਕਾਰਾਂ ਨੇ ਕੁਝ ਝਲਕੀਆਂ ਸਾਨੂੰ ਵਿਖਾਈਆਂ ਹੈ ਕਿ ਸਰਸਾ ਤੇ ਵਿਛੋੜਾ ਪਰਿਵਾਰ ਦਾ ਪਿਆ। ਬੇਅੰਤ ਖਜ਼ਾਨਾ ਸਰਸਾ ਦੀ ਭੇਟ ਹੋ ਗਿਆ। ਕਈ ਸਿੰਘ, ਕਈ ਮਾਤਾਵਾਂ, ਬਜ਼ੁਰਗ ਬਾਪੂ ਉਸ ਸਰਸਾ ਦੀ ਭੇਟ ਚੜ੍ਹ ਗਏ। ਪਰ ਧਿਆਨ ਮੇਰਾ ਇੱਥੇ ਚਲੇ ਜਾਂਦਾ ਹੈ ਕਿ ਮਾਂ ਗੁਜਰ ਕੌਰ ਇੱਕ 6 ਸਾਲ ਦਾ ਪੋਤਾ, ਇੱਕ 8 ਸਾਲ ਦਾ ਪੋਤਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਲੈ ਕੇ ਕਿਸ ਤਰ੍ਹਾਂ ਪਾਰ ਹੋਏ ਹੋਣ। ਸਮਾਨੀ ਬਿਜਲੀ ਕੜਕ ਰਹੀ ਹੈ, ਜ਼ੋਰ ਦੀ ਖਨੇਰੀ ਨਹੀਂ ਥੱਕੇ ਦਾ ਮੂਹਰੇ ਤਰ ਵਧਿਆ, ਕਹਿਰ ਦਾ ਕੱਕਰ, ਕੋਖ ਤੁਖਾਰ ਦਾ ਅਰਥ ਕੱਕਰ, ਠੰਡ, ਜ਼ਰੀਲੀ, ਹੱਡਾਂ ਨੂੰ ਸੀਰ ਦੇਣ ਵਾਲੀ। ਇਸ ਉਮਰ ਦੇ ਵਿੱਚ ਮਾਂ ਨੂੰ ਗਦੇਲੇ ਚਾਹੀਦੇ ਸੀ, ਨਿੱਘਾ ਕਮਰਾ ਚਾਹੀਦਾ ਸੀ, ਉਹ ਮਿਲਿਆ ਪਰ ਛੱਡਣਾ ਪਿਆ ਸਾਡੇ ਵਾਸਤੇ, ਸਾਡੇ ਭੁਲੇਖੇ ਦੂਰ ਕਰਨ ਵਾਸਤੇ। ਅੱਜ ਵੀ ਕਿਤੇ ਨਾ ਕਿਤੇ ਇਹਨਾਂ ਮਕਾਰੀਆਂ ਦੀ, ਪਖੰਡੀਆਂ ਦੀ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ, ਇਹਨਾਂ ਦੀ ਲਪੇਟ ਵਿੱਚ ਜਗਤ ਹੈ। ਬੜੀ ਵੱਡੀ ਕੁਰਬਾਨੀ ਸੀ ਉਹਨਾਂ ਮਕਾਰੀਆਂ ਦੀ, ਜਿਨ੍ਹਾਂ ਨੇ ਆਟੇ ਦੀ ਗਊ ਬਣਾ ਕੇ ਕੁਰਾਨ ਸ਼ਰੀਫ ਨਾਲ ਗੀਤਾ, 2 ਧਰਮਾਂ ਦੇ ਲੋਕਾਂ ਨੇ ਗੁਰੂ ਨੂੰ ਭੁਲੇਖਾ ਦੇ ਕੇ ਕੱਢ ਕੇ ਤੇ ਗੁਰੂ ਦਾ ਨਾਮੋ ਨਿਸ਼ਾਨ ਜਿਹੜਾ ਆ ਉਹਨੂੰ ਮਿਟਾਉਣਾ ਚਾਹਿਆ। ਕਾਰਨ ਤਾਂ ਇਹੀ ਸੀ, ਗੁਰੂ ਪਰਿਵਾਰ ਨੂੰ ਉਸ ਵੇਲੇ ਤੋਰਿਆ ਕਿ ਤੁਸੀਂ ਅਨੰਦਪੁਰ ਛੱਡਦੇ ਹੋ ਤੇ ਤੁਹਾਡਾ ਵਸੇਬਾ ਕਿਤੇ ਵੀ ਹੋ ਸਕਦਾ ਹੈ, ਪਰ ਇਹ ਤੁਹਾਡੇ ਤੋਂ ਹੁਣ ਛਡਾਉਣਾ ਹੈ। 22 ਧਰ ਦੇ ਰਾਜੇ ਵਜੀਦਾ ਸਰਹੰਦ ਵਾਲਾ, ਉਸ ਵੇਲੇ ਦਾ ਹੁਕਮਰਾਨ ਬਾਦਸ਼ਾਹ ਰੰਗਜੀਤ, ਉੱਥੋਂ ਪਰਿਵਾਰਕ ਵਿਛੋੜਾ। ਇਸ ਸੀਤ ਲਹਿਰ ਦੇ ਵਿੱਚ, ਤੁਖਾਰ ਵਿੱਚ ਇੱਕ ਪਰਿਵਾਰਕ ਵਿਛੋੜਾ ਪੈਂਦਾ ਹੈ। ਇਸ ਸੀਤ ਲਹਿਰ ਦੀ ਵਿਆਖਿਆ ਆਉਣ ਵਾਲੇ ਸਮੇਂ ਵਿੱਚ ਵਿਸਤਾਰ ਨਾਲ ਕਰਾਂਗੇ। ਆਪਾਂ ਗੁਰੂ ਸ਼ਬਦ ਨੂੰ ਵਿਚਾਰਨਾ ਹੈ, ਜਿਸ ਦਾ ਕਰਕੇ ਅੱਜ ਅਸੀਂ ਸੰਗਰਾਂਦ ਦੇ ਦਿਨ ਨੂੰ ਮੁੱਖ ਰੱਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਅੰਦਰਲੀ ਖੇਡ, ਬਾਹਰਲੀ ਖੇਡ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਿਚਾਰਿਆ ਹੈ ਕਿ ਅੰਦਰ
ਠੰਡ ਹੈ ਕਿ ਬਾਹਰ ਹੀ ਲੱਗਦੀ ਹੈ, ਬਾਹਰ ਹੀ ਠੰਡ ਹੈ ਕਿ ਅੰਦਰ ਕੋਈ ਗਰਮੀ ਦਾ ਕਾਰਨ ਹੈ, ਇਹ ਕੀ ਕਾਰਨ ਹੈ? ਵਾਹਿਗੁਰੂ ਕਿਰਪਾ ਕਰਨ ਸਾਡੀ ਸਮਝ ਵਿੱਚ ਆ ਜਾਣ। ਗੁਰੂ ਦੀਆਂ ਪਾਈਆਂ ਹੋਈਆਂ ਬਾਤਾਂ, ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਗੁਰੂ ਬੜੇ ਪਰਪਕਾਰੀ ਨੇ, ਜਿਨ੍ਹਾਂ ਬੜਾ ਪਰਪਕਾਰ ਕਰਕੇ ਸਾਨੂੰ ਗੁਰਬਾਣੀ ਇਸ ਜਗ ਮਹਿ ਚਾਨਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਕਰਕੇ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣ ਦਾ ਬੜਾ ਸਰਲ ਤਰੀਕਾ, ਸੁਹਾਵਣਾ ਤਰੀਕਾ ਬਖਸ਼ਿਸ਼ ਕਰਕੇ ਇਸ ਮਨੁੱਖਾ ਦੇਹੀ ਦੇ ਰਾਹੀਂ ਆਤਮਿਕ ਸੁੱਖ ਦੀ ਦਾਤ ਇਸ ਜੀਵ ਦੀ ਝੋਲੀ ਵਿੱਚ ਪਾਈ ਹੈ। ਸੁਰਤੀ ਕੈ ਮਾਰਗ ਚੱਲ ਕੈ, ਉਲਟੀ ਨਦਰ ਪ੍ਰਕਾਸ਼ੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਸਾਡਾ ਧਿਆਨ ਸ਼ਬਦ ਨਾਲ ਜੁੜਨਾ ਚਾਹੀਦਾ ਹੈ। ਸ਼ਬਦ ਦੇ ਰਾਹੀਂ ਸਾਨੂੰ ਸਤਿਗੁਰਾਂ ਨੇ ਕੀ ਬਖਸ਼ਿਆ ਹੈ। ਜਿੰਨਾ ਚਿਰ ਕੇਵਲ ਸਾਡੀ ਸੁਰਤ ਜਿਹੜੀ ਹੈ ਬਾਹਰੀ ਤੌਰ ਤੇ ਹੈ, ਅਸੀਂ ਸ਼ਬਦ ਨੂੰ ਸਰਵਣ ਕਰਕੇ ਜਿਹੜਾ ਲਾਹ ਲੈਣਾ ਹੈ ਉਹ ਸੁਰਤ ਦੁਆਰਾ ਲੈ ਸਕਦੇ ਹਾਂ। ਸਰੀਰ ਇੱਕ ਸਾਧਨ ਹੈ, ਇੱਕ ਜ਼ਰੀਆ ਹੈ ਜਿਹਦੇ ਰਾਹੀਂ ਅਸੀਂ ਚੱਲ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ। ਇੱਥੇ ਸੁਖ ਆਨੰਦਦਾਇਕ ਦਾ ਖਜ਼ਾਨਾ ਜਿਹੜਾ ਹੈ ਆਤਮਾ ਨੇ ਧਾਰਨ ਕਰਨਾ ਹੈ। ਜੇ ਆਤਮਾ ਅੰਦਰ ਸੁਖ ਹੈ, ਇਸ ਦੀ ਭੜਕਣਾ, ਇਸ ਦੀ ਕਲਪਨਾ ਮਿਟ ਗਈ ਹੈ ਤੇ ਉਹ ਸ਼ਬਦ ਦੀ ਕਿਰਪਾ ਉਸ ਮਨੁੱਖ ਤੇ ਹੋ ਗਈ ਹੈ। ਉਹਨੇ ਆਪਣੀ ਸੁਰਤ ਦੇ ਨਾਲ ਸ਼ਬਦ ਨੂੰ ਪਕੜਿਆ, ਜੀਵਨ ਵਿੱਚ ਧਰ ਲਿਆ ਹੈ, ਵਸਾ ਲਿਆ ਹੈ। ਜੀਵਨ ਦਾ ਮੋੜ ਸੰਸਾਰ ਦੇ ਬਾਹਰੀ ਪੱਖ ਤੋਂ ਟੁੱਟ ਕੇ, ਮੋੜ ਖਾ ਕੇ ਉਸ ਅਸਲੀ ਤਲ ਤੇ ਟਿਕ ਗਿਆ ਹੈ, ਜਿਸ ਤਲ ਤੋਂ ਪ੍ਰਭੂ ਭਗਤੀ ਦਾ ਸੋਮਾ ਇਸ ਮਨੁੱਖ ਦੀ ਸਮਝ ਵਿੱਚ ਪੈਣਾ ਹੈ। ਇਹਦੇ ਜੀਵਨ ਦੇ ਅੰਦਰ ਇੱਕ ਰਸ ਬਣਨਾ ਹੈ। ਜਿੰਨਾ ਚਿਰ ਸੁਰਤ ਸ਼ਬਦ ਦਾ ਮੇਲ ਨਹੀਂ ਹੁੰਦਾ, ਉਹਨਾਂ ਚਿਰ ਸਾਡਾ ਜਿਹੜਾ ਮਨੋਰਥ ਹੈ ਇਸ ਜੀਵਨ ਦਾ, ਜਿਸ ਮਨੋਰਥ ਨੂੰ ਪ੍ਰਭ ਵੇਖਿਆ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ ਕਰ ਸੰਤਨ ਕਾ ਚੇਰਾ। ਮੈਨੂੰ ਉਹਨਾਂ ਰੱਬ ਦੇ ਪਿਆਰਿਆਂ ਦਾ ਚੇਲਾ ਬਣਾ ਲਾ, ਉਹਨਾਂ ਨਾਲ ਜੋੜ, ਉਹਨਾਂ ਦੀ ਸੰਗਤ ਬਖਸ਼, ਜਿਨ੍ਹਾਂ ਦੀ ਸੰਗਤ ਵਿੱਚ ਮੈਂ ਬੈਠ ਕੇ ਪ੍ਰਭੂ ਦੇ ਗੁਣ ਗਾਵਾਂ। ਉਹ ਆਪ ਬਿਰਾਜਮਾਨ ਹੋ, ਉਹੀ ਸੰਗਤ ਹੈ। ਇਸੇ ਸੰਗਤ ਦਾ ਹੀ ਜ਼ਿਕਰ ਪਾਤਸ਼ਾਹ ਜੀ ਨੇ ਇਹਨਾਂ ਪਿਆਰੇ ਬੋਲਾਂ ਦੇ ਰਾਹੀਂ ਸਾਨੂੰ ਸਮਝਾਉਣ ਵਾਸਤੇ ਕੀਤਾ ਹੈ। ਸਾਹਿਬਾਂ ਦਾ ਫਰਮਾਨ ਹੈ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੂ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਪ੍ਰਾਣੀਆਂ ਨੇ, ਜਗਿਆਸੂਆਂ ਨੇ ਵਾਹਿਗੁਰੂ ਦੇ ਗਲ ਨਾਲ ਲੱਗ ਕੇ, ਭਾਵ ਕਿ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ। ਕੰਠ ਮਿਲਿਆ, ਜਿਨ੍ਹਾਂ ਸਾਸ ਗ੍ਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਸਵਾਸ ਸਵਾਸ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਬਾਹਰਲਾ ਪੱਖ ਠੰਡ ਵਾਲਾ ਉਹਨਾਂ ਨੂੰ ਨਹੀਂ ਪਾਉਂਦਾ, ਨਹੀਂ ਪੋਇਆ। ਧਿਆਨ ਫਿਰ ਸਰਸਾ ਦੀ ਨਦੀ ਤੇ ਲੈ ਜਾਈਏ, ਜਿੱਥੇ ਨੌਜਵਾਨ ਸਨ, ਨਾਲ ਬਜ਼ੁਰਗ ਸਨ, ਬਜ਼ੁਰਗ ਮਾਵਾਂ ਸਨ, ਨੰਨੇ ਬੱਚੇ ਸੀ, ਨਹੀਂ ਪੋਇਆ। ਗੁਰੂ ਦੀ ਸੰਗਤ ਵਿੱਚ ਜੁੜ ਕਰਕੇ ਇਤਨਾ ਨਿਡਰ ਜਨਮ ਸੀ, ਜੀਵਨ ਸੀ, ਭਾਵਨਾ ਸੀ, ਖੇਡ ਸੀ, ਸੁਰਤ ਇਤਨੀ ਬਰਬਾਦ ਹੋ ਚੁੱਕੀ ਸੀ। ਸਰਸਾ ਦੀ ਨਦੀ ਦੇ ਕਿਨਾਰ ਪਾਰ ਹੁੰਦਿਆਂ ਸਾਰੀ ਪ੍ਰਭਾਤ ਵੇਲਾ ਹੋ ਜਾਂਦਾ। ਪ੍ਰਭਾਤ ਵੇਲਾ ਗੁਰੂ ਸਾਹਿਬ ਉੱਥੇ ਵੀ ਇਹੀ ਸੰਗਤ ਕੀਤੀ ਜਿਹੜੀ ਅੱਜ ਆਪ ਕਰ ਰਹੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਵਾਲਾ ਸਮਾਂ ਗਵਾਇਆ ਨਹੀਂ। ਉਹਨਾਂ ਪ੍ਰਾਣੀਆਂ ਨੂੰ ਸੀਤ ਲਹਿਰ ਦਾ ਅਸਰ ਨਹੀਂ ਹੁੰਦਾ, ਉਹ ਇਸ ਸੀਤ ਲਹਿਰ ਤੋਂ ਘਬਰਾਉਂਦੇ ਨਹੀਂ। ਹੁਣ ਇੱਥੇ ਦੋ ਪੱਖ ਸ਼ੁਰੂ ਹੋਰ ਹੁੰਦੇ ਆ।
ਅਸੀਂ ਆਪਣੇ ਇਸ ਤਲ ਤੇ ਜਿਸ ਤਲ ਤੇ ਜਿਉ ਰਹੇ ਹਾਂ ਧਿਆਨ ਮਾਰੀਏ। ਅੱਜ ਜਿਸ ਦੇ ਕੋਲ ਬਹੁਤ ਧਨ ਹੈ, ਜਿਸ ਨੂੰ ਇਸ ਠੰਡ ਵਿੱਚ ਬਾਹਰ ਬਿਸਤਰੇ ਚੋਂ ਘਰ ਚੋਂ ਨਿਕਲਣ ਦੀ ਲੋੜ ਨਹੀਂ, ਜਿਹਦੇ ਕੋਲ ਸਾਰੀਆਂ ਸਹੂਲਤਾਂ ਉਪਲਬਧ ਨੇ, ਉਹ ਵੀ ਦੂਸਰਿਆਂ ਨਾਲ ਠੰਡ ਦੀ ਗੱਲ ਕਰਦਾ ਹੈ। ਜਿਸ ਦੇ ਕੋਲ ਬਿਲਕੁਲ ਨਹੀਂ, ਜਿਹੜਾ ਰੋਜ਼ ਕਮਾਉਂਦਾ ਹੈ, ਰੋਜ਼ ਖਾਂਦਾ ਹੈ, ਉਹ ਠੰਡ ਵਿੱਚ ਜਾਂਦਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਏ। ਅੱਜ ਗਰੀਬ ਤੇ ਅੱਜ ਅਮੀਰ ਜਿਹੜਾ ਹੈ, ਉਹ ਦੋਨੇ ਹੀ ਇਸ ਠੰਡ ਤੋਂ ਪ੍ਰਭਾਵਿਤ ਨੇ। ਕਿਉਂ? ਖੇਡ ਹੈ ਕਿ ਉਹਨਾਂ ਦੇ ਜੀਵਨ ਦੇ ਅੰਦਰ, ਕੰਠ ਦੇ ਅੰਦਰ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਨਾਮ ਸਵਾਸ ਸਵਾਸ ਨਹੀਂ ਚੱਲਿਆ। ਪਾਤਸ਼ਾਹ ਕਹਿੰਦੇ ਨੇ ਦੋਹੋਂ ਵਿਵਸਥਾ ਤੇ ਜੋ ਮੁਕਤ। ਜੇ ਬਹੁਤੀ ਆ ਤਾਂ ਵੀ ਕੋਈ ਪਰਵਾਹ ਨਹੀਂ, ਜੇ ਬਿਲਕੁਲ ਨਹੀਂ ਤੇ ਤਾਂ ਵੀ ਕੋਈ ਪਰਵਾਹ ਨਹੀਂ। ਉਹਨਾਂ ਦੇ ਹਿਰਦੇ ਵਿੱਚ, ਕੰਠ ਦੇ ਵਿੱਚ ਪਰਮਾਤਮਾ ਦਾ ਨਾਮ ਅਭਿਆਸ ਚੱਲ ਰਿਹਾ ਹੈ। ਨਾਮ ਅਭਿਆਸ ਚੱਲਣ ਤੋਂ ਬਿਨਾਂ ਇਹ ਅਵਸਥਾ ਨਹੀਂ ਬਣਦੀ। ਜਿਨ੍ਹਾਂ ਦੇ ਅੰਦਰ ਨਾਮ ਅਭਿਆਸ ਦੀ ਦਾਤ ਚੱਲ ਪਈ ਹੈ ਨਾ, ਉਹ ਨਾ ਠੰਡ ਦੀ ਪਰਵਾਹ ਕਰਦੇ ਨੇ, ਨਾ ਗਰਮੀ ਦੀ। ਆਪਾਂ ਕੁਝ ਸਮਾਂ ਪਹਿਲਾਂ ਗਰਮੀ ਵਾਲੇ ਦਿਨ ਵੀ ਕੱਟ ਕੇ ਆਏ ਹਾਂ। ਅਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਅਸੀਂ ਦੂਸਰੇ ਬੰਨੇ ਦੇਖਿਆ ਜਿਨ੍ਹਾਂ ਦੇ ਕੋਲ ਵਾਹਿਗੁਰੂ ਨਾਮ ਦਾ ਖਜ਼ਾਨਾ ਨਹੀਂ, ਉਹਨਾਂ ਨੂੰ ਗਰਮੀ ਵੀ ਬੜੀ ਸਤਾਉਂਦੀ ਹੈ। ਜਿਨ੍ਹਾਂ ਦੇ ਕੋਲ ਨਾਮ ਖਜ਼ਾਨਾ ਨਹੀਂ, ਉਹਨਾਂ ਨੂੰ ਠੰਡ ਵੀ ਬੜੀ ਸਤਾਉਂਦੀ ਹੈ। ਉਹ ਕਿਸੇ ਗੱਲੇ ਵੀ ਰਾਜ਼ੀ ਨਹੀਂ ਹੈ, ਉਹ ਰੱਬ ਦੇ ਪਿਆਰ ਨਾਲ ਸਹਿਮਤੀ ਨਹੀਂ ਜਤਾਉਂਦੇ। ਪੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾਹੂ, ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਜਿਨ੍ਹਾਂ ਦਾ ਮਨ ਵਿੰਨਿਆ ਗਿਆ ਹੈ, ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਨਾਲ, ਜਿਹੜੇ ਹਰ ਥਾਂ ਉਹਦੇ ਦਰਸ਼ਨਾਂ ਦੀ ਤਾਂਘ ਕਰਦੇ ਨੇ, ਉਹਦੇ ਨਾਲ ਜੁੜੇ ਰਹਿੰਦੇ ਨੇ। ਪਹਿਲੀ ਪੰਗਤੀ ਦੇ ਹੀ ਇਰਦ ਗਿਰਦ ਸਾਰੀ ਅੱਜ ਦੀ ਪੌੜੀ, ਅੱਜ ਦੇ ਬੰਦ ਦੀ 12 ਮਾਹਾਂ ਦੀ ਉਸਾਰ ਹੈ। ਜਿਨ੍ਹਾਂ ਦੇ ਅੰਦਰ ਤਾਂਘ ਹੈ ਪ੍ਰਭੂ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਨੂੰ, ਸੁਰਤੀ ਕੇ ਮਾਰਗ ਚੱਲ ਕੇ ਸੁਰਤ ਜੋੜਨੀ ਹੈ। ਸੁਰਤ ਤੋਂ ਬਿਨਾਂ ਜੀਵਨ ਵਿੱਚ ਜਿਹੜੇ ਸੋਹਣੇ ਖਿਆਲ ਆ ਉਹ ਉਪਲਬਧ ਨਹੀਂ ਹੁੰਦੇ, ਭਾਵਨਾ ਨਹੀਂ ਬਣਦੀ। ਅਸੀਂ ਇਸੇ ਤਰ੍ਹਾਂ ਇਸ ਸੰਸਾਰ 'ਚੋਂ ਉੱਠ ਕੇ ਚਲੇ ਜਾਂਦੇ ਹਾਂ ਤੇ ਇਸੇ ਤਰ੍ਹਾਂ ਹੀ ਖਾਲੀ ਸੱਚੇ ਦਰਬਾਰ 'ਚੋਂ ਉੱਠ ਕੇ ਚਲੇ ਜਾਂਦੇ ਹਾਂ। ਜਿਉਂ ਆਇਆ ਤਿਉਂ ਜਾਹੇ ਬੌਲੇ, ਜੋ ਜਨਮੇ ਤਿਉਂ ਮਰਨ ਪਿਆ। ਸੰਸਾਰ ਦੀ ਵਿਥਿਆ ਸੁਰਤੀ ਕੇ ਮਾਰ ਕੇ ਚੱਲ ਕੇ ਸੁਰਤ ਨੂੰ ਟਿਕਾਣੇ ਲੈ ਕੇ ਆਉਣਾ, ਬਾਹਰ ਨਹੀਂ ਜਾਣਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਗੁਰਮੁਖ ਕਥ ਕਹਾਣੀ, ਨਾ ਕਥੀ ਜਾਣ ਵਾਲੀ ਕਹਾਣੀ। ਇਹ ਸੁਰਤ ਜਿਹੜੀ ਹੈ ਮਨੁੱਖ ਦੀ, ਇਸ ਧੁਨ ਵਿੱਚ, ਇਸ ਆਵਾਜ਼ ਵਿੱਚ, ਇਸ ਸ਼ਬਦ ਵਿੱਚ ਜਿੰਨਾ ਚਿਰ ਨਹੀਂ ਜੁੜਦੀ, ਮਨੁੱਖ ਦਾ ਪਾਰ ਉਤਾਰਾ ਨਹੀਂ ਹੋਇਆ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਭ, ਬੜਾ ਵੱਡਾ ਲਾਭ ਹੈ। ਜਿਹੜਾ ਆਸਰਾ ਜੀਵ ਕੇਵਲ ਤੇ ਪ੍ਰਮਾਤਮਾ ਦਾ ਤੱਕਦਾ ਹੈ, ਬਹੁਤ ਵੱਡਾ ਲਾਭ ਹੈ। ਜਿਹਨੂੰ ਆਸਰਾ ਪ੍ਰਮਾਤਮਾ ਦਾ ਸਮਝ ਵਿੱਚ ਆ ਗਿਆ ਕਿ ਇਸ ਆਸਰੇ ਤੋਂ ਬਿਨਾਂ ਮੇਰਾ ਪਾਰ ਉਤਾਰਾ ਨਹੀਂ। ਵੈਸੇ ਤਾਂ ਸੰਸਾਰ ਦੇ ਜੀਵ ਕਿਸੇ ਨਾ ਕਿਸੇ ਆਸਰੇ ਦੇ ਉੱਤੇ ਜੁੜੇ ਹੋਏ ਨੇ, ਕੋਈ ਪਰਿਵਾਰ ਦੇ ਆਸਰੇ ਤੇ ਆ, ਕੋਈ ਸੰਸਾਰ ਦੇ ਆਸਰੇ ਤੇ ਆ, ਕੋਈ ਕਿਤੇ ਹੈ, ਕੋਈ ਕਿਤੇ ਹੈ। ਧਰਤੀ ਕਿਸੇ ਤਲ ਤੇ ਹੈ, ਧਰਤੀ ਦੇ ਤਲ ਤੇ ਬਹੁਤ ਹੋਰ ਵੀ ਜੁੜੇ ਹੋਏ ਨੇ। ਓਟ ਦਾ ਅਰਥ ਆਸਰਾ, ਆਸਰਾ ਜਿਨ੍ਹਾਂ ਪ੍ਰਾਣੀਆਂ ਨੇ ਪ੍ਰਭੂ ਦਾ ਆਸਰਾ, ਪਰਮਾਤਮਾ ਦਾ ਆਸਰਾ, ਸੁਆਮੀ ਵਾਹਿਗੁਰੂ ਦਾ ਆਸਰਾ ਤੱਕਿਆ ਹੈ, ਉਹਨਾਂ ਨੂੰ ਵੱਡਾ ਲਾਭ ਪ੍ਰਾਪਤ ਇਸ ਜੀਵਨ ਵਿੱਚ ਹੁੰਦਾ ਹੈ। ਵਿਖਿਆ ਕੋਇ ਨਾ ਸਕੇ, ਮਿਲ ਸਾਧੂ ਗੁਣ ਗਾਹੋ। ਵਿਸ਼ੇ ਵਕਾਰ, ਬਾਹਰ ਵਿਖਿਆ ਮਾਇਆ, ਉਸ ਦੇ ਪ੍ਰਭਾਵ ਨੂੰ ਮਨੁੱਖ ਨਹੀਂ ਕਬੂਲਦਾ। ਇਹ ਮਾਇਆ ਕੀ ਹੈ? ਪਰਿਵਾਰ ਮਾਇਆ ਹੈ, ਸੰਸਾਰ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਪੁਜੇ ਭਾਵ ਦੂਜਾ ਲਾਇਆ। ਵਿਖਿਆ ਨਾਮ ਵਿਉ, ਨਾਮ ਮਾਇਆ ਦਾ ਹੈ। ਮਾਇਆ ਤੋਂ ਵਿਕਾਰ ਸ਼ੁਰੂ ਹੁੰਦੇ ਨੇ।
ਵਾਸ਼ਨਾਵਾਂ ਮੰਦੀਆਂ ਜਿਹੜੀਆਂ ਹੈ ਉਹ ਮਨੁੱਖ ਦੇ ਜੀਵਨ ਵਿੱਚ ਪ੍ਰਵੇਸ਼ ਕਰਦੀਆਂ। ਆਪਾਂ ਵੇਖਦੇ ਹਾਂ ਮਾਇਆ ਧਾਰੀ ਅਤੰਨਾ ਬੋੜਾ, ਸ਼ਬਦ ਨਾ ਸੁਣੇ ਬਹੁ ਕਚੋੜਾ। ਗੁਰੂ ਦੀ ਸੰਗਤ ਵਿੱਚ ਆਣ ਕੇ ਸਾਦੇ ਹੋਏ ਜੀਵਨ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਆਣ ਕੇ ਉਹ ਪੈ ਜਾਂਦੇ ਨੇ। ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ। ਜਿੱਥੋਂ ਇਹ ਆਇਆ ਸੀ ਮਨੁੱਖ, ਰੱਬ ਦੇ ਘਰ ਤੋਂ ਆਇਆ ਸੀ, ਰੱਬ ਦੇ ਸਰੀਰ ਵਿੱਚੋਂ ਇਸ ਨੂੰ ਸਰੀਰ ਮਿਲਿਆ। ਇਹ ਰਾਮ ਦੀ ਅੰਸ਼ ਹੈ, ਇਹ ਮਿਟ ਨਹੀਂ ਸਕਦਾ, ਬੁੱਝ ਨਹੀਂ ਸਕਦਾ, ਖਤਮ ਨਹੀਂ ਹੋ ਸਕਦਾ। ਅੱਗੇ ਤੋਂ ਅੱਗੇ ਇਸ ਨੂੰ ਜਨਮ ਮਿਲ ਸਕਦਾ ਹੈ ਪਰ ਮਿਟ ਨਹੀਂ ਸਕਦਾ। ਕਹੋ ਕਬੀਰ ਹਮ ਰਾਮ ਕੀ ਅੰਸ਼, ਰਾਮ ਕੀ ਅੰਸ਼ ਹੈ। ਇਹ ਜੀਵਤ ਰਹੇਗਾ। ਆਤਮਿਕ ਮੌਤ ਵੀ ਜੇ ਇਸ ਦੀ ਹੋ ਜਾਂਦੀ ਹੈ ਤੇ ਫਿਰ ਵੀ ਹੋਰ ਕੁਝੀਆਂ ਜੂਨਾਂ ਵਿੱਚ ਜਨਮ ਲਏਗਾ। ਇਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚੋਂ ਆਇਆ ਹੈ। ਜਿੱਥੋਂ ਆਇਆ ਹੈ ਉੱਥੇ ਮਿਲ ਸਕਦਾ ਹੈ ਜੇ ਸੱਚੀ ਪ੍ਰੀਤ ਦੇ ਨਾਲ ਇਹਦੀ ਪ੍ਰੀਤੀ ਜੁੜ ਜਾਂਦੀ ਹੈ, ਸੱਚੀ ਪ੍ਰੀਤ ਬਣ ਜਾਂਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ। ਕਰ ਗਹਿ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਵਾਹਿਗੁਰੂ ਆਪਣੇ ਹੱਥ ਦੇ ਨਾਲ ਉਹਦੀ ਬਾਂਹ ਫੜ ਲੈਂਦੇ ਤੇ ਉਹਨੂੰ ਬਾਅਦ ਵਿੱਚ ਵਿਛੜਨਾ ਨਹੀਂ ਪੈਂਦਾ। ਸੰਸਾਰ ਦੇ ਅੰਦਰ ਹੋਰ ਸੰਸਾਰ ਦੇ ਲੋਕਾਂ ਨਾਲ ਲੋਕ ਜੁੜਦੇ ਆ, ਵਿਛੜ ਜਾਂਦੇ ਆ, ਪਰ ਜਿਹੜਾ ਮਨੁੱਖ ਜੀਵ ਇੱਕ ਵਾਰ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੁੜ ਜਾਂਦਾ ਹੈ, ਜਿਹਨੂੰ ਆਪਣੀ ਬਾਂਹ ਫੜਾ ਲੈਂਦਾ ਹੈ, ਫਿਰ ਵਾਹਿਗੁਰੂ ਉਹਨੂੰ ਵਿਛੜ ਨਹੀਂ ਦਿੰਦਾ। ਬਾਹਰ ਜਾਉਂ ਲੱਖ ਵੇਰੀਆਂ ਹਰ ਸੱਜਣ ਅਗਮ ਅਗਾਹੋ। ਮੈਂ ਲੱਖਾਂ ਵਾਰ ਆਪਣੇ ਸੱਜਣ ਹਰੀ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਤੋਂ ਵਾਰ ਨੇ ਬਲਿਹਾਰ ਨੇ ਲੱਖ ਵਰੀਆ ਮੈਂ ਜਾਂਦਾ ਹਾਂ, ਜਿਹਦਾ ਆਰਾ ਪਾਰ ਦਾ ਪਤਾ ਨਹੀਂ ਲੱਗਦਾ। ਅਗੰਮ ਆਗਾਧ ਹੈ ਬਹੁਤ ਜ਼ਿਆਦਾ, ਜਿਸ ਦੀ ਉਚਾਈ ਦਾ, ਜਿਸ ਦੀ ਡੂੰਘਾਈ ਦਾ, ਜਿਸ ਦੀ ਲੰਬਾਈ ਦਾ ਨਹੀਂ ਪਤਾ, ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਸਰਮ ਪਈ ਨਾਰਾਇਣੈ ਨਾਨਕ ਦਰ ਪਈ ਆਹੋ। ਵਾਹਿਗੁਰੂ ਸ਼ਰਨ ਪਈ ਰਾਖ ਦਿਆਲਾ ਵਾਲੀ ਭਾਵਨਾ ਹੈ। ਜਿਹੜਾ ਉਹਦੇ ਦਰ ਤੇ ਆਉਂਦਾ ਹੈ ਉਹਦੀ ਲਾਜ ਰੱਖਦਾ ਹੈ ਪਾਰ ਬ੍ਰਹਮ ਪਰਮੇਸ਼ਰ। ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮੰਗਤ ਪਾਵੈ। ਇਹੀ ਧਿਆਉਣ ਦਾ ਮਸਕਤ ਹੈ। ਇੱਥੇ ਉੱਚੀ ਜਾਤ ਨੀਵੀਂ ਜਾਤ ਪੜ੍ਹਤਾ ਦੇ ਅਨਪੜ੍ਹਤਾ ਦੇ ਬਾਰੇ ਕੋਈ ਗੁਰੂ ਵਿਚਾਰ ਨਹੀਂ ਕਰਦਾ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਹੀ ਗੁਰ ਸਰਬ ਨਦਾਨ ਦਾਨ ਦੇਤ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਇਸ ਕੱਕਰ ਕਹਿਰ ਦੀ ਠੰਡ ਵਿੱਚ ਉਹਨਾਂ ਪ੍ਰਾਣੀਆਂ ਨੂੰ, ਉਹਨਾਂ ਮਨੁੱਖਾਂ ਨੂੰ, ਉਹਨਾਂ ਜੀਵਾਂ ਨੂੰ ਸੁਹਾਵਣਾ ਜੀਵਨ ਮਿਲਦਾ ਹੈ। ਵਾਹਿਗੁਰੂ ਜੀਵਨ ਪ੍ਰਦਾਨ, ਚੰਗਾ ਜੀਵਨ ਪ੍ਰਦਾਨ ਕਰਦੇ ਨੇ। ਉਹ ਬੇਪਰਵਾਹ ਪਰਮਾਤਮਾ ਹੈ। ਪਰਮਾਤਮਾ ਹੀ ਕੇਵਲ ਦੁਨੀਆ ਵਿੱਚ ਬੇਪਰਵਾਹ ਹੈ, ਮਨੁੱਖ ਬੇਪਰਵਾਹ ਨਹੀਂ। ਸਮਾਂ ਹੋ ਗਿਆ ਹੈ, ਬੇਪਰਵਾਹ ਮਨੁੱਖ ਨਹੀਂ ਜੇ ਹੈਗਾ। ਧਿਆਨ ਮਾਰਿਓ, ਅਸੀਂ ਕਿਸੇ ਦੀ ਖੁਸ਼ੀ ਦੇ ਵਿੱਚ ਫਾਰਮੈਲਿਟੀ ਪੂਰੀ ਕਰਨ ਵਾਸਤੇ ਖੁਸ਼ ਹੁੰਦੇ ਹਾਂ, ਕਿਸੇ ਦੀ ਗਮੀ ਦੇ ਵਿੱਚ ਉਹ ਵੀ ਇੱਕ ਸਮਾਜ ਦੀ ਰੀਤੀ ਨੂੰ ਮੁੱਖ ਰੱਖਦੇ ਹਾਂ। ਅਸੀਂ ਉਹੋ ਜਿਹਾ ਚਿਹਰਾ, ਉਹੋ ਜਿਹੇ ਹਾਲਾਤ ਬਣਾ ਲੈਂਦੇ ਹਾਂ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਗੁਰਮੁਖ ਆਪਣੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਰੰਗ ਵਿੱਚ ਹੱਸਦਾ ਹੈ, ਰੋਂਦਾ ਹੈ। ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਕਿਉਂ ਇਹਦਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਬੇਪਰਵਾਹ ਹੈ। ਬੇਪਰਵਾਹ ਇੱਕ ਪਰਮਾਤਮਾ ਹੈ। ਜੋ ਮਨੁੱਖ ਵੀ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜਦਾ ਹੈ, ਉਹਦਾ ਜੀਵਨ ਰੂਪੀ ਇਹ ਸਮਾਂ ਜਿਹੜਾ ਹੈ ਸੋਹਣਾ ਬਣ ਜਾਂਦਾ ਹੈ। ਪੋਹ ਦੇ ਮਹੀਨੇ ਤੋਂ ਸਾਡੇ ਜੀਵਨ ਵੱਲ ਇਸ਼ਾਰਾ ਹੈ ਕਿ ਅਸੀਂ ਉਸ ਬੇਪਰਵਾਹ ਪ੍ਰਮਾਤਮਾ ਦੇ ਨਾਲ ਜੁੜ ਕਰਕੇ ਇਸ ਜੀਵਨ ਨੂੰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਬੇਪਰਵਾਹ ਦੇ ਨਾਲ ਜੁੜ ਕੇ ਤੇ ਅਸੀਂ ਵੀ ਬੇਪਰਵਾਹ ਹੋਣਾ ਹੈ।
ਪ੍ਰਵਾਹ ਨਾਹੀ ਕਿਸੇ ਤੇਰੀ, ਬਾਹਜ ਸੱਚੇ ਲਾਏ। ਜੁੜਨਾ ਹੈ, ਜਿੰਨਾ ਚਿਰ ਜੁੜਦੇ ਨਹੀਂ ਉਹਨਾਂ ਚਿਰ ਅਸੀਂ ਪਰਮਾਤਮਾ ਵਰਗੀ ਗੁਣ ਨਹੀਂ ਧਾਰਨ ਕਰ ਸਕਦੇ। ਪਰਮਾਤਮਾ ਵਾਂਗੂ ਅਸੀਂ ਅੰਦਰੋਂ ਨਹੀਂ ਸੋਹਣੇ ਬਣ ਸਕਦੇ। ਸਾਡੇ ਉੱਤੇ ਮਜਬੂਰੀਆਂ ਹੈ, ਸਾਡੇ ਅੰਦਰ ਸਾਨੂੰ ਠੰਡ ਵੀ ਸਤਾਉਂਦੀ ਹੈ, ਸਾਨੂੰ ਗਰਮੀ ਵੀ ਸਤਾਉਂਦੀ ਹੈ, ਸਾਨੂੰ ਵਿਕਾਰ ਵੀ ਸਤਾਉਂਦੇ ਨੇ। ਇੰਨੀ ਕੁ ਹਾਜ਼ਰੀ ਦਰ ਪ੍ਰਵਾਨ ਕਰਿਓ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਬਾਬਾਣੀਆਂ ਕਹਾਣੀਆਂ ਦੀ ਦਾਤ ਸਾਨੂੰ ਬਖਸ਼ਿਓ। ਸਾਡੇ ਅੰਦਰ ਉਹ ਟਿਕਾਓ ਬਣ ਜਾਵੇ ਜੋ ਆਪ ਜੀਆਂ ਨੇ ਦੱਸਿਆ ਹੈ। ਸਾਡੀ ਭਾਵਨਾ ਬਣ ਜਾਵੇ, ਖੇਡ ਬਣ ਜਾਵੇ। ਅਸੀਂ ਇਸ ਜੀਵਨ ਵਿੱਚ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਆਪ ਜੀ ਵਿੱਚ ਅਭੇਦ ਹੋ ਜਾਏਗੀ। ਬੇਅੰਤ ਭੁੱਲਾਂ ਦੀ ਮਾਫੀ। ਅੱਜ ਸੁਕਰਾਂਤ ਦਾ ਦਿਹਾੜਾ, ਪੋਹ ਦਾ ਮਹੀਨਾ ਸਭਨਾ ਜੀਵਾਂ ਵਾਸਤੇ ਸੁਹਾਵਣਾ ਹੋਵੇ ਤੇ ਸਾਡੇ ਜੀਵਨ ਦੇ ਵਿੱਚ ਕਲਿਆਣਕਾਰੀ ਪਰਮਾਤਮਾ ਵਾਹਿਗੁਰੂ ਆਣ ਵਸੇ। ਅਸੀਂ ਹਰ ਰੋਜ਼ ਹੀ ਮਿਹਨਤ ਕਰਿਆ ਕਰੀਏ ਸੋਹਣੇ ਰੱਬ ਨਾਲ ਜੁੜਨ ਦੀ, ਸੋਹਣੇ ਬਣਨ ਦੀ, ਸੋਹਣੇ ਕਰਮਾਂ ਦੀ ਦਾਤ ਮੰਗੀਏ। ਗੁਰੂ ਕਿਰਪਾ ਕਰੇ। ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।